ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 7 ਸਤੰਬਰ 2017 23 ਪਾਦੂ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪਿਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਅਸੀਂ ਕੱਲ੍ਹ ਦੇ ਦੋਨੋਂ ਹੀ ਸੈਗਮੈਂਟਸ ਜਿਹੜੇ ਸਾਡੇ ਦਰਸ਼ਕਾਂ ਵੱਲੋਂ ਬੜੇ ਸਰਾਹੇ ਗਏ। ਜੀ, ਪਹਿਲਾ ਸੈਗਮੈਂਟ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਸੀ, ਔਰ ਦੂਸਰਾ ਜਿਹੜੀ ਇਹਨਾਂ ਦੀ ਸਮਿਟ ਬੀਜਿੰਗ ਦੇ ਵਿੱਚ ਹੋਈ, ਜਿਸ ਬਾਰੇ ਅਸੀਂ ਪਹਿਲਾਂ ਕੋਈ ਕਾਮੈਂਟ ਨਹੀਂ ਸੀ ਕੀਤਾ, ਬ੍ਰਿਕ ਸਮਿਟ ਔਰ ਭਾਰਤੀ ਫੌਜੀ ਚੀਫ ਦਾ ਭੜਕਾਊ ਬਿਆਨ, ਇਸ ਨੂੰ ਲੈ ਕੇ ਜਿਹੜਾ ਸਾਡਾ ਤਬਸਰਾ ਸੀ ਉਹ ਬਹੁਤ ਸਰਾਹਿਆ ਗਿਆ, ਖਾਸ ਤੌਰ ਤੇ ਪਾਕਿਸਤਾਨੀ ਭਰਾਵਾਂ ਭੈਣਾਂ ਵੱਲੋਂ ਜੀ। ਔਰ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਹੀ ਸੀ ਕਿ ਚਾਈਨੀਜ਼ ਫੋਰਨ ਮਿਨਿਸਟਰੀ ਨੇ ਉਹਦਾ ਨੋਟਿਸ ਲਿਆ ਔਰ ਇੰਡੀਅਨ ਗਵਰਨਮੈਂਟ ਉਹਨਾਂ ਨੇ ਪੁੱਛਿਆ ਕਿ ਵੀ ਇਹ ਤੁਹਾਡੇ ਸਰਕਾਰੀ ਵਿਚਾਰ ਨੇ ਜਾਂ ਉਸ ਦਾ ਨਿੱਜੀ ਜਿਹੜਾ ਉਹ ਪ੍ਰਗਟਾਵਾ ਹੈ ਜੀ। ਸੋ ਈਵਨ ਜਿਹੜੇ ਸੈਗਮੈਂਟ ਅਪਲੋਡ ਵੀ ਹੋਏ, ਖਾਲੜਾ ਸਾਹਿਬ ਵਾਲੇ ਸੈਗਮੈਂਟ ਤੇ ਆਲਮੋਸਟ 23,000 ਦੇ ਕਰੀਬ ਵਿਊਅਰਸ ਪਿਛਲੇ 24 ਘੰਟੇ 'ਚ ਆਏ ਨੇ ਔਰ ਸ਼ੇਅਰ 213 ਨੇ, ਕਾਮੈਂਟਸ 63 ਨੇ ਜੀ। ਇਸੇ ਤਰ੍ਹਾਂ ਜਿਹੜਾ ਪਾਕਿਸਤਾਨ ਨੂੰ ਕਿਵੇਂ ਹਰ ਗੱਲ ਦੇ ਵਿੱਚ, ਜਿਵੇਂ ਫੌਜੀ ਚੀਫ ਨੇ ਵੀ ਇਹ ਕਿਹਾ ਕਿ ਜੀ ਇਹ ਜਿਹੜੀ ਉਹਨਾਂ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਹੈ ਉਹ ਬਿਲਕੁਲ ਜਿਹੜੀ ਹੈ ਉਹਦੇ ਤੇ ਕੋਈ ਗੱਲ ਹੀ ਨਹੀਂ ਹੋ ਸਕਦੀ, ਔਰ ਸਾਈਮਲਟੇਨੀਅਸਲੀ ਅਸੀਂ ਦੋ ਫਰੰਟਸ ਤੇ ਨਾਰਦਰਨ ਔਰ ਵੈਸਟਰਨ ਤੇ ਲੜਾਈ ਲੜਾਂਗੇ ਚਾਈਨਾ ਔਰ ਪਾਕਿਸਤਾਨ ਨਾਲ। ਉਹਦੇ 'ਚ ਜਿਹੜੀ ਡਿਫੀਟ ਇਹਨਾਂ ਦੀ ਡਿਪਲੋਮੈਟਿਕ ਹੋਈ ਹੈ ਡੋਕਲਮ ਇਸ਼ੂ ਤੇ, ਔਰ ਚਾਈਨਾ ਨੇ ਅੰਦਰ ਵੜ ਕੇ ਬਾਂਹ ਮਰੋੜੀ ਹੈ, ਜਿਸ ਨੂੰ ਅਸੀਂ ਕਿਹਾ ਸੀ ਕਿ ਵੀ ਇਹਨਾਂ ਨੇ ਇਨ ਦਾ ਐਂਡ 100 ਗੰਢੇ ਵੀ ਖਾਧੇ ਤੇ 100 ਛਿੱਤਰ ਵੀ ਖਾਧੇ। ਉਸ ਸੈਗਮੈਂਟ ਦੇ ਉੱਤੇ ਆਲਮੋਸਟ 18,000 ਵਿਊਅਰਸ ਔਰ 191 ਸ਼ੇਅਰ ਨੇ ਔਰ 156 ਕਾਮੈਂਟਸ ਨੇ, ਔਰ ਬੜੇ ਸਰਾਹਨਾ ਵਾਲੇ ਜਿਹੜੇ ਨੇ ਸਾਡੇ ਵੀਰ ਸਾਨੂੰ ਲਿਖਦੇ ਨੇ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੌਦਾ ਸਾਧ, ਹਾਲਾਂ ਜੋ ਡਰਾਮੇਬਾਜ਼ੀ ਚੱਲ ਰਹੀ ਹੈ ਹਰਿਆਣਾ ਸਰਕਾਰ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿਚਕਾਰ, ਇਸ ਘਟਨਾਕ੍ਰਮ ਨੂੰ ਆਲਮੋਸਟ 2 ਹਫ਼ਤੇ ਬੀਤ ਚੁੱਕੇ ਨੇ ਔਰ ਅਜੇ ਤੱਕ ਕੋਰਟ ਦੇ ਆਰਡਰਸ ਦੇ ਬਾਵਜੂਦ ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਦੀ ਪ੍ਰੋਸੈਸ ਸ਼ੁਰੂ ਨਹੀਂ ਹੋਈ। ਮਤਲਬ ਇਹ ਹੈ ਕਿ ਗਵਰਨਮੈਂਟ ਨੇ, ਏਜੰਸੀਆਂ ਨੇ ਉਹਨਾਂ ਨੂੰ ਇਨਫ ਵਕਤ ਦਿੱਤਾ ਹੈ, ਪਿਛਲਾ ਰਾਊਟ ਵੀ ਖੋਲ੍ਹ ਕੇ ਰੱਖਿਆ ਕਿ ਜੋ ਵੀ ਉਹਨਾਂ ਦੇ ਕੋਲ ਇਤਰਾਜ਼ਯੋਗ, ਜੋ ਉਹਨਾਂ ਨੇ ਪੂਰੀ ਜੰਗ ਦਾ ਸਮਾਨ ਇਕੱਠਾ ਕੀਤਾ ਹੋਇਆ ਸੀ ਔਰ ਜਿਹਦੇ 'ਚ ਕਰੰਸੀ ਵੀ ਹੋਏਗੀ, ਹੋਰ ਜਿਹੜੀਆਂ ਘਾਤਕ ਚੀਜ਼ਾਂ ਨੇ ਔਰ ਆਸ਼ੀ ਦਾ ਸਾਜ਼ੋ ਸਮਾਨ ਵੀ ਹੋਏਗਾ, ਆਲਰੇਡੀ ਉਹਨਾਂ ਨੂੰ ਇੰਨਾ ਟਾਈਮ ਦੇ ਦਿੱਤਾ ਕਿ ਉੱਥੋਂ ਚੁੱਕ ਲੈਣ। ਤੇ ਫਿਰ ਹੋਇਆ ਜੀ ਕਿ ਹੁਣ ਕੋਰਟ ਦਾ ਇੱਕ ਆਫੀਸ਼ੀਅਲ ਪਹੁੰਚ ਗਿਆ ਹੈ, ਹੁਣ ਉਹ ਡੀਸੀ ਨੂੰ ਡੀਕ ਰਿਹਾ ਹੈ, ਹੁਣ ਇਹ ਤਲਾਸ਼ੀ ਸ਼ੁਰੂ ਹੋਏਗੀ, ਦਿਸ ਔਰ ਦੈਟ। ਅਸੀਂ ਜਦੋਂ ਇਸ ਦੇ ਉੱਤੇ ਸੈਗਮੈਂਟ ਕੀਤਾ ਔਰ ਵਾਇਸ ਆਫ ਅਮਰੀਕਾ ਦੇ ਆਪਣੇ ਇੰਟਰਵਿਊ 'ਚ ਵੀ ਮੈਂ ਇਹਨੂੰ ਏਜੰਸੀਆਂ ਦੇ ਨਾਲ ਜੋੜ ਕੇ, RSS ਨਾਲ ਜੋੜ ਕੇ ਕਿਹਾ, ਆਪਣੇ ਪ੍ਰੋਗਰਾਮਾਂ 'ਚ ਵੀ ਕਿਹਾ, ਤੇ ਕੁਛ ਨੇ ਇਸ ਦੇ ਉੱਤੇ ਕਾਮੈਂਟ ਵੀ ਕੀਤੇ, ਇਤਰਾਜ਼ ਵੀ ਕੀਤਾ ਕਿ ਜੀ ਹਰ ਚੀਜ਼ ਅਸੀਂ ਆਪਣੀਆਂ ਕਮਜ਼ੋਰੀਆਂ ਵੀ, ਸਿੱਖ ਕਿਉਂ ਫੋਲੋ ਕਰਦੇ ਨੇ ਉਹਨੂੰ, ਅਸੀਂ ਆਪਣੀਆਂ ਕਮਜ਼ੋਰੀਆਂ ਵੀ ਏਜੰਸੀਆਂ ਦੇ ਖਾਤੇ 'ਚ ਪਾ ਰਹੇ ਹਾਂ। ਸੌਦਾ ਸਾਧ ਦਾ ਜੇ ਇੰਨਾ ਹੀ ਹੈ ਤਾਂ ਉਹਦੇ ਨਾਲ ਏਜੰਸੀਆਂ ਦਾ ਕੀ ਸੰਬੰਧ ਹੈ? ਇਹ ਸੰਭਵ ਹੈ ਕਿ ਜਦੋਂ ਉਹਦਾ ਵੋਟ ਬੈਂਕ ਬਣ ਗਿਆ, ਸਿਆਸੀ ਲੋਕ ਉਹਦੇ ਕੋਲ ਗਏ ਸਾਰੀਆਂ ਪਾਰਟੀਆਂ ਦੇ। ਹਾਲਾਂਕਿ ਅਸੀਂ ਰਿਪੀਟਡਲੀ ਇਹ ਰਿਮਾਈਂਡ ਕਰਵਾਇਆ ਕਿ ਸ਼ਸ਼ੀ ਕਾਂਤ ਜਿਹੜੇ ਕਿ ਡਾਇਰੈਕਟਰ ਜਨਰਲ ਇੰਟੈਲੀਜੈਂਸ ਸਨ, ਉਹਨਾਂ ਨੇ ਟੀਵੀ 84 ਦੇ ਆਪਣੇ ਇੰਟਰਵਿਊ 'ਚ ਕਿਹਾ ਸੀ ਸਭ ਤੋਂ ਪਹਿਲਾਂ
ਇਨਕਸ਼ਾਫ TV 84 ਤੇ ਕੀਤਾ ਸੀ ਕਿ 2007 ਚ ਜੋ ਸਲਾਬਤਪੁਰੇ ਦੇ ਡੇਰੇ ਚ ਉਸਨੇ 10ਵੇਂ ਪਾਤਸ਼ਾਹ ਦਾ ਸਾਂਗ ਰਚਿਆ, ਅੰਦਰ ਫੋਟੋਆਂ ਖਿੱਚਣ ਲਈ ਸਾਡਾ ਕੈਮਰਾਮੈਨ ਗਿਆ, ਬਾਅਦ ਜਿਹੜੀ ਐਡਵਰਟਾਈਜ਼ਮੈਂਟ ਲੱਗੀਆਂ, ਉਹ ਸਾਰਾ ਆਪਰੇਸ਼ਨ ਇੰਟੈਲੀਜੈਂਸ ਨੇ ਕੀਤਾ ਸੀ। ਔਰ ਇਸ ਦੇ ਲਈ ਸੁਖਬੀਰ ਬਾਦਲ ਨੇ ਉਸ ਵੇਲੇ ਜਿਹੜੀ ਹੈ ਉਹ ਹਰੀ ਝੰਡੀ ਦਿੱਤੀ ਸੀ ਔਰ ਉਹਨਾਂ ਨੂੰ ਜਿਹੜਾ ਅਸੀਂ ਕੋਟ ਵੀ ਕਰਦੇ। ਪਰ ਫਿਰ ਵੀ ਕਈਆਂ ਨੂੰ ਇਹ ਵੀ ਲੱਗਾ ਕਿ ਸ਼ਸ਼ੀਕਾਂਤ ਕਿਉਂਕਿ ਡਰੱਗ ਮੁੱਦੇ ਤੇ ਦੂਜੇ ਤੇ ਅਕਾਲੀਆਂ ਦੇ ਖਿਲਾਫ ਨੇ ਤੇ ਸ਼ਾਇਦ ਉਹ ਕਿਉਂਕਿ ਕੁਝ ਚੀਜ਼ਾਂ ਦੇ ਸਬੂਤ ਨਹੀਂ ਹੁੰਦੇ। ਤੁਸੀਂ ਜਦੋਂ ਹੁਣ ਇੱਕ ਖੁਦ ਜਿਹੜਾ ਇੰਟੈਲੀਜੈਂਸ ਆਪਰੇਸ਼ਨ ਦਾ ਇੰਚਾਰਜ ਹੈ ਉਹ ਇਹ ਕਹਿ ਰਿਹਾ ਔਰ ਉਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ, ਕੋਈ ਅਕਾਲੀਆਂ ਦੀ ਸੁਖਬੀਰ ਬਾਦਲ ਦੀ ਸਟੇਟਮੈਂਟ ਨਹੀਂ ਆਈ ਜਾਂ ਕੋਈ ਮਾਨਹਾਨੀ ਦਾ ਕੇਸ ਨਹੀਂ ਹੋਇਆ, ਡਿਫੇਮੇਸ਼ਨ ਦਾ ਜੀ। ਪਰ ਸਾਨੂੰ ਵੀ ਇਹ ਕਿਹਾ ਗਿਆ ਜੀ ਕਿ ਗੱਲ ਤਾਂ ਤੁਸੀਂ ਕੀਤੀ ਹੈ, ਉਹਦੇ ਸਬੂਤ ਕੀ ਨੇ। ਵੈਸੇ ਤਾਂ ਜਦੋਂ ਤੱਕ ਤੁਹਾਡਾ ਆਪਣਾ ਸਰਕਾਰੀ ਕੰਟਰੋਲ ਕਿਸੇ ਚੀਜ਼ ਤੇ ਨਹੀਂ ਹੁੰਦਾ ਔਰ ਬੀਤੇ ਦੇ ਤੁਸੀਂ ਜਿਹੜੇ ਹੈ ਰਿਕਾਰਡ ਜੇ ਬਚ ਜਾਣ, ਨਹੀਂ ਤਾਂ ਮੋਸਟਲੀ ਤਾਂ ਸਾੜ ਦਿੰਦੇ ਨੇ। ਜਦੋਂ ਅੰਗਰੇਜ਼ਾਂ ਨੇ ਹੈਂਡਓਵਰ ਕੀਤਾ ਮੁਲਕ ਭਾਰਤ ਪਾਕਿਸਤਾਨ ਨੂੰ ਡਿਵਾਈਡ ਕਰਕੇ ਤੇ ਸ਼ਿਮਲੇ ਦੇ ਵਿੱਚ ਕਿੰਨੇ ਦਿਨ ਭੱਠੀਆਂ ਬਲਦੀਆਂ ਰਹੀਆਂ, ਜਿੰਨੇ ਉਹਨਾਂ ਦੇ ਰਿਕਾਰਡ ਸੀ, ਜਿੰਨੇ ਡਾਕੂਮੈਂਟ ਸੀ, ਜਿੰਨੇ ਰਾਜਿਆਂ ਨਾਲ ਸੰਬੰਧਿਤ ਸੀ, ਜੋ ਉਹ ਉਹਨਾਂ ਨੇ ਸਾਰਾ ਸਾੜ ਦਿੱਤਾ। ਸੋ ਜੇ ਤੁਸੀਂ 200 ਸਾਲ ਦੇ ਭਾਰਤੀ ਰਾਜ ਚ ਅੰਗਰੇਜ਼ੀ ਰਾਜ ਭਾਰਤ ਚ 98 ਸਾਲ ਦੇ ਪੰਜਾਬ ਚ ਜਾਣਨਾ ਵੀ ਚਾਹੋ ਕਿ ਕੌਣ ਕੌਣ ਉਹਨਾਂ ਦੇ ਟਾਊਟ ਸੀ, ਕਿਹੜੀਆਂ ਉਹਨਾਂ ਦੇ ਕੌਨਫੀਡੈਂਸ਼ੀਅਲ ਮੈਮੋ ਸੀ, ਕੀ ਸੀ, ਉਹਦਾ ਕੋਈ ਸਬੂਤ ਨਹੀਂ ਹੈ ਕਿਉਂਕਿ ਉਹ ਸਾਰਾ ਉਹਨਾਂ ਨੇ ਡਿਸਟਰੋਏ ਕਰਕੇ ਫਿਰ ਉਹ ਨਿਕਲੇ। ਲੇਕਿਨ ਇੱਕ ਸਟੋਰੀ ਜਿਹੜੀ ਮੇਰੀਆਂ ਨਜ਼ਰਾਂ ਚੋਂ ਗੁਜ਼ਰੀ ਔਰ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਦੂਸਰਾ ਸੈਗਮੈਂਟ ਵੀ ਸਾਡਾ ਮੀਡੀਆ ਨਾਲ ਰਿਲੇਟਡ ਹੀ ਹੋਏਗਾ ਕਿ ਮੀਡੀਆ ਇੱਕ ਜਦੋਂ ਵੀ ਜਿਹਨਾਂ ਸਿਆਣਿਆਂ ਨੇ ਮੀਡੀਆ ਨੂੰ ਚੌਥਾ ਪਿਲਰ ਡੈਮੋਕ੍ਰੇਸੀ ਦਾ ਕਿਹਾ ਕਿਸੇ ਦਾ ਵੀ, ਜਿਹਦੇ ਚ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ ਤੋਂ ਬਾਅਦ, ਉਹ ਸਮਝਦੇ ਸੀ ਕਿ ਮੀਡੀਆ ਦੀ ਅੱਖ ਜਿਹੜੀ ਹੈ ਉਹ ਰੋਵਿੰਗ ਆਈ ਹੁੰਦੀ ਹੈ, ਜਿਹਦੇ ਚ ਜਿਹੜੀ ਚੀਜ਼ ਕੁਝ ਹੁੰਦਾ ਹੈ ਜੀ ਤੁਸੀਂ ਦੇਖਿਆ, ਕੁਝ ਹੁੰਦਾ ਹੈ ਅਣਦੇਖਿਆ, ਕੁਝ ਹੁੰਦਾ ਹੈ ਬਿਟਵੀਨ ਦਾ ਲਾਈਨਸ ਪੜ੍ਹਨਾ, ਇੱਕ ਹੁੰਦਾ ਹੈ ਬਿਹਾਈਂਡ ਦਾ ਲਾਈਨਸ ਪੜ੍ਹਨਾ। ਸੋ ਇਹ ਜਿਹੜਾ ਜੇ ਕੋਈ ਵੀ ਸਮਾਰਟ ਮੀਡੀਆ ਪਰਸਨ ਔਰ ਇਮਾਨਦਾਰ ਹੈ ਤੇ ਕਿਸੇ ਸਿਚੁਏਸ਼ਨ ਨੂੰ ਉਹ ਭਾਂਪ ਵੀ ਸਕਦਾ ਹੈ ਜੀ, ਉਹ ਤੱਥਾਂ ਨੂੰ ਉਗਲਾ ਵੀ ਸਕਦਾ ਹੈ, ਜਿਸ ਨੂੰ ਕਹਿੰਦੇ ਨੇ ਟੂ ਸਪਿਲ ਦਾ ਬੀਨਸ। ਔਰ ਕਈ ਵਾਰ ਜਿਹੜਾ ਮੀਡੀਆ ਪਰਸਨ ਹੈ ਉਹ ਇਸ ਕਿਸਮ ਦਾ ਡੈਲੀਬਰੇਟਲੀ ਉਕਸਾਹਟ ਵਾਲੇ ਸਵਾਲ ਪੁੱਛੇਗਾ ਕਿ ਜਿਹੜੀ ਚੀਜ਼ ਤੁਹਾਡੀ ਦਬੀ ਹੋਈ ਹੈ ਉਹ ਬਾਹਰ ਆ ਜਾਂਦੀ। ਸੋ ਮੀਡੀਆ ਦੇ ਕੋਲ ਬਹੁਤ ਕੁਝ ਹੈ ਔਰ ਇਹੀ ਕਾਰਨ ਹੈ ਕਿ ਅੱਜ ਦੁਨੀਆ 'ਚ ਬਹੁਤ ਸਾਰਾ ਇੰਟੈਲੀਜੈਂਸ ਨੈਟਵਰਕ ਹੀ ਮੀਡੀਆ ਰਾਹੀਂ ਰਨ ਹੁੰਦਾ ਹੈ। ਔਰ ਜਿਹੜੀ ਮੀਡੀਆ ਦੀ ਅੱਖ ਵੀ ਹੈ ਔਰ ਜੇ ਇਮਾਨਦਾਰੀ ਹੈ ਔਰ ਫਿਰ ਕੋਈ ਆਪਣੀ ਜਿਹੜੀ ਉਹਨੇ ਸਟੋਰੀ ਕੀਤੀ ਹੈ ਉਹਦੇ ਤੇ ਉਹ ਖਲੋਂਦਾ ਜੀ, ਤੇ ਉਸ ਤੋਂ ਵੱਡਾ ਮੈਂ ਸਮਝਦਾ ਵੀ ਕੋਈ ਲੋਕਤੰਤਰ ਦਾ ਰਾਖਾ ਜਾਂ ਲੋਕਾਂ ਦਾ ਦੋਸਤ ਨਹੀਂ ਹੋ ਸਕਦਾ। ਔਰ ਇਸ ਕਿਸਮ ਦੇ ਬਹੁਤ ਸਾਰੇ ਜਿਹੜੇ ਕ੍ਰੈਡੀਬਿਲਿਟੀ ਵਾਲੇ ਜਰਨਲਿਸਟ ਨੇ, ਜੇ ਅਮਰੀਕਾ 'ਚ ਅਸੀਂ ਦੇਖੀਏ ਨਿਕਸਨ ਦੇ ਖਿਲਾਫ ਜਦੋਂ ਵਾਟਰਗੇਟ ਸਕੈਂਡਲ ਆਇਆ, ਵਾਸ਼ਿੰਗਟਨ ਪੋਸਟ ਦੇ ਇੱਕ ਜਰਨਲਿਸਟ ਨੇ ਉਸ ਸਟੋਰੀ ਨੂੰ ਕੱਢਿਆ ਔਰ ਕਿਵੇਂ ਇੱਕ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰਨ ਤੇ ਮਜਬੂਰ ਹੋਣਾ ਪਿਆ। ਔਰ ਅੱਜ ਵੀ ਡੋਨਲਡ ਟਰੰਪ ਬੇਸ਼ੱਕ ਜਿਸ ਕਿਸਮ ਦਾ ਵਰਤਾਰਾ ਮੀਡੀਆ ਨਾਲ, CNN ਦੇ ਕੋਰਸਪੋਂਡੈਂਟ ਬਾਹਰ ਕੱਢਤੇ, ਦੂਜੇ ਕਰਤੇ, ਪਰ ਅੱਜ ਜੇ ਈਵਨ ਇੰਨੇ ਸਟਰੋਂਗ ਪ੍ਰੈਜ਼ੀਡੈਂਸੀ, ਕਿਉਂਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਦੁਨੀਆ ਦਾ ਜਿਹੜਾ ਉਹ ਫਸਟ ਪਰਸਨ ਹੈ ਕਿਉਂਕਿ ਸਭ ਤੋਂ ਪਾਵਰਫੁਲ ਰਜੀਮ ਦਾ ਉਹ ਪ੍ਰੈਜ਼ੀਡੈਂਟ ਹੈ ਜੀ, ਲੇਕਿਨ ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਔਨ ਦਾ ਟੈਂਟਰ ਹੁਕਸ, ਕਿਉਂਕਿ ਮੀਡੀਆ ਨੇ ਗਿਵਨ ਨਹੀਂ ਕੀਤਾ ਹੈ। ਇੱਕ ਛੋਟਾ ਤਬਕਾ ਮੀਡੀਆ ਦਾ ਇੱਥੇ ਵੀ ਜਿਹੜਾ ਜਿਨ੍ਹਾਂ ਨੂੰ ਰਿਪਬਲਿਕਨਸ ਨੇ ਬਿਲਡ ਕੀਤਾ ਬੁਸ਼ ਈਰਾ 'ਚ, ਉਹ ਉਹਦੇ ਜ਼ਿਆਦਾ ਰੇਡੀਓ ਵੇਵਸ ਦੇ ਉੱਤੇ ਨੇ, ਲੇਕਿਨ ਨਿਊਯਾਰਕ ਟਾਈਮਜ਼ ਹੋਏ, ਵਾਸ਼ਿੰਗਟਨ ਪੋਸਟ ਹੋਏ ਔਰ ਦੂਸਰੇ ਨੈਟਵਰਕ ਹੋਣ, ਉਹ ਜਿਹੜੇ ਨੇ ਲਗਾਤਾਰਤਾ ਦੇ ਨਾਲ ਉਸ ਨੂੰ ਚੈਲੰਜ ਕਰ ਰਹੇ ਨੇ। ਜਿਹੜੀ ਸਟੋਰੀ ਦਾ ਮੈਂ ਜ਼ਿਕਰ ਕੀਤਾ ਔਰ ਜਿਹਦਾ ਸੰਬੰਧ ਸੌਦਾ ਸਾਧ ਦੇ ਨਾਲ ਹੈ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਕਿਹਾ ਕਿ ਭਾਈ ਇਹ ਇੰਟੈਲੀਜੈਂਸ ਏਜੰਸੀਆਂ ਦਾ ਖੜਾ ਕੀਤਾ ਹੋਇਆ ਬੰਦਾ ਸੀ ਜੀ, ਤੁਸੀਂ ਬੈਲਟ ਦੇਖੋ, ਜਿਹੜੀ ਜੀ ਬੈਲਟ ਦੇ ਵਿੱਚ ਉਹਦੇ ਫਾਲੋਅਰ ਬਣਾਏ ਔਰ ਬਹੁਤ ਵਾਰੀ ਕਹਿਣਗੇ ਜੀ ਇਹ ਸਾਰੇ ਡੇਰੇ ਪੰਜਾਬ 'ਚ ਹੀ ਕਿਉਂ ਨੇ, ਯੂਪੀ, ਬਿਹਾਰ, ਦੂਜੇ ਤੀਜੇ 'ਚ ਉੱਥੇ ਹੋਰ ਬ੍ਰਾਹਮਣਵਾਦੀ ਪ੍ਰੈਕਟਿਸਿਸ ਨੇ, ਤੁਸੀਂ ਉੱਥੇ ਹੀ ਕੋਈ ਚੀਜ਼ ਆਪਰੇਸ਼ਨ ਕਰਦੇ ਹੋ ਜਿੱਥੋਂ ਤੁਹਾਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਔਰ ਜਿਨ੍ਹਾਂ ਨੂੰ ਤੁਸੀਂ ਡਿਸਟਰੋਏ ਕਰਨਾ ਹੁੰਦਾ ਜੀ। ਔਰ ਜੇ ਅਸੀਂ ਇਹ ਦੇਖਾਂਗੇ ਕਿ ਭਾਈ ਇਹ ਇੱਕ ਤੋਂ ਬਾਅਦ ਇੱਕ ਨਿਰੰਕਾਰੀਆਂ ਤੋਂ, ਰਾਧਾ ਸਵਾਮੀਆਂ ਤੋਂ,
ਇਹਨਾਂ ਤੋਂ ਬਾਅਦ ਆਸ਼ੂਤੋਸ਼ ਔਰ ਭਨਿਆਰਾ ਔਰ ਇਹ ਕਿਵੇਂ ਖੜੇ ਕੀਤੇ। ਹੁਣ ਮੈਂ ਸਟੋਰੀ ਵੱਲ ਆਵਾਂ ਜੀ। ਕਿਰਨਦੀਪ ਜਿਹੜੇ ਕਿ ਆਪਣੇ ਆਪ ਨੂੰ ਹੁਣ ਰੋਵਿੰਗ ਐਡੀਟਰ ਲਿਖਦੇ ਨੇ, ਇਹ 2007 ਦੇ ਪੀਰੀਅਡ ਦੇ ਵਿੱਚ ਟ੍ਰਿਬਿਊਨ ਅਖਬਾਰ ਦਾ ਬਿਊਰੋ ਚੀਫ ਸੀ ਸਰਸੇ ਦੇ ਵਿੱਚ, ਔਰ ਇਹ ਆਰਟੀਕਲ ਉਹਦਾ ਲਿਖਿਆ ਔਰ ਉਹਦਾ ਹੈਡਲਾਈਨ ਇਹ ਹੈ, ਰਿਟਾਇਰਡ ਆਫੀਸ਼ੀਅਲਸ ਆਫ ਇੰਟੈਲੀਜੈਂਸ ਏਜੰਸੀਜ਼ ਰਾ, ਇੰਟੈਲੀਜੈਂਸ ਬਿਊਰੋ, ਆਰਮੀ ਐਂਡ ਪੁਲਿਸ ਵਰ ਬਿਹਾਈਂਡ ਡੇਰਾ ਸੱਚਾ ਸੌਦਾ ਚੀਫ ਆਪਰੇਸ਼ਨਸ। ਹੁਣ ਇਹਦੇ ਵਿੱਚ ਸਾਰੀਆਂ ਹੀ ਮੇਜਰ ਸਟੇਟ ਦੀਆਂ ਏਜੰਸੀਆਂ ਵੀ ਨੇ। ਜਦੋਂ ਅਸੀਂ CID ਪੁਲਿਸ ਕਹਿੰਦੇ ਆ, ਸੋ CID ਜਿਹਨੂੰ ਕਿਹਾ ਜਾਂਦਾ ਹੈ, ਇਹ ਸਟੇਟ ਦੇ ਕੋਲ ਹੁੰਦੀ ਹੈ ਜੀ। ਰਿਟਾਇਰਡ ਆਫੀਸ਼ੀਅਲਸ ਆਫ ਇੰਟੈਲੀਜੈਂਸ ਏਜੰਸੀਜ਼ ਰਾ, ਰਿਸਰਚ ਐਂਡ ਐਨਾਲਿਸਿਸ ਵਿੰਗ। ਹੁਣ ਇਹ ਸਭ ਤੋਂ ਪਾਵਰਫੁਲ ਜਿਨ੍ਹਾਂ ਨੇ ਅੱਗੋਂ ਇਹ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਕ੍ਰੀਏਟ ਹੋਈ ਔਰ RN ਕੌਰ ਦੀ ਕਮਾਂਡ ਥੱਲੇ ਜੋ ਦਰਬਾਰ ਸਾਹਿਬ ਤੇ ਹਮਲੇ ਦੀ ਸਾਜ਼ਿਸ਼ ਜੂਨ 84 3rd ਏਜੰਸੀ ਬਣਾ ਕੇ ਰਚੀ ਗਈ, ਉਹ ਰਾ ਦਾ ਕੰਮ ਸੀ। ਸੋ ਇਸ ਸੌਦਾ ਸਾਧ ਦੇ ਆਪਰੇਸ਼ਨ ਦੇ ਵਿੱਚ ਰਾ ਵੀ ਇਨਵੋਲਵ ਹੈ, ਇੰਟੈਲੀਜੈਂਸ ਬਿਊਰੋ। ਇੰਟੈਲੀਜੈਂਸ ਬਿਊਰੋ ਅੰਗਰੇਜ਼ਾਂ ਦੇ ਜ਼ਮਾਨੇ ਦੀ ਜਿਹੜੀ ਸੈਂਟਰਲੀ ਕੰਟਰੋਲਡ ਏਜੰਸੀ ਹੈ, ਔਰ ਇਹ ਜਿਹੜਾ ਵਿਦਿਨ ਪੰਜਾਬ ਦੇ ਵਿੱਚ ਜਿਵੇਂ ਇਹਨਾਂ ਨੇ ਸਾਡੀ ਮੂਵਮੈਂਟ ਨੂੰ ਦਬਾਇਆ, ਜਾਂ ਜਿਵੇਂ ਮਲੋਏ ਤਾਰ ਇੰਟੈਲੀਜੈਂਸ ਬਿਊਰੋ ਦਾ ਜਿਹੜਾ ਉਹ ਡਾਇਰੈਕਟਰ ਸੀ ਜਿਹਨੇ ਓਪਨ ਸੀਕ੍ਰੇਟਸ ਲਿਖੀ, ਆਰਮੀ। ਹੁਣ ਆਰਮੀ ਦੀ ਆਪਣੀ ਇੰਟੈਲੀਜੈਂਸ ਹੁੰਦੀ ਹੈ, ਕਿਉਂਕਿ ਆਰਮੀ ਕੋਈ ਸਿਵਲ ਦੀ ਇੰਟੈਲੀਜੈਂਸ ਤੇ ਨਹੀਂ ਕਰਦੇ, ਉਹਨਾਂ ਦੀ ਆਪਣੀ ਇੰਟੈਲੀਜੈਂਸ ਹੈ, ਆਰਮੀ ਇੰਟੈਲੀਜੈਂਸ ਕਹਿੰਦੇ ਨੇ। ਔਰ ਜਿਹੜੇ ਬਹੁਤ ਵਾਰੀ ਐਮਬੈਸੀਆਂ ਮੁਲਕਾਂ ਦੀਆਂ ਹੁੰਦੀਆਂ ਉਹਨਾਂ 'ਚ ਜਿਸ ਨੂੰ ਮਿਲਟਰੀ ਅਟੈਸ਼ੀ ਕਹਿੰਦੇ ਨੇ, ਉਹਦੇ 'ਚ ਏਜੰਸੀ ਬੈਠਾ ਹੁੰਦਾ, ਮਿਲਟਰੀ ਬ੍ਰਿਗੇਡੀਅਰ ਰੈਂਕ ਦਾ ਹੁੰਦਾ ਮਿਲਟਰੀ ਅਟੈਸ਼ੀ। ਔਰ ਮੋਸਟਲੀ ਮਿਲਟਰੀ ਅਟੈਸ਼ੀ ਜਿਹੜੇ ਨੇ ਉਹ ਮਿਲਟਰੀ ਇੰਟੈਲੀਜੈਂਸ ਦੇ ਹੁੰਦੇ ਨੇ, ਕਿਉਂਕਿ ਜਿਹੜੀਆਂ ਐਮਬੈਸੀਆਂ ਨੇ ਇੰਟੈਲੀਜੈਂਸ ਕਲੈਕਟਿੰਗ ਕਰਦੀਆਂ ਨੇ, ਰਿਕਰੂਟ ਕਰਦੀਆਂ ਨੇ ਬੰਦੇ। ਸੋ ਹਰ ਐਮਬੈਸੀ ਦਾ ਜਿਹੜਾ ਵੀ ਜਦੋਂ ਤੁਸੀਂ ਦੇਖੋਗੇ ਜੀ ਮਿਲਟਰੀ ਅਟੈਸ਼ੀ ਦਾ ਮਤਲਬ ਇੰਟੈਲੀਜੈਂਸ 'ਚੋਂ ਆਇਆ, ਮਿਲਟਰੀ ਇੰਟੈਲੀਜੈਂਸ 'ਚੋਂ। ਔਰ ਪੁਲਿਸ ਵਰ ਬਿਹਾਈਂਡ। ਹੁਣ ਇਹ ਇਸ ਪੱਤਰਕਾਰ ਦਾ ਕਿਵੇਂ ਉਹ ਇਸ ਨਤੀਜੇ ਤੇ ਪਹੁੰਚੇ, ਔਰ ਮੈਂ ਉਸ ਸਟੋਰੀ ਨੂੰ ਸ਼ੇਅਰ ਕਰਨਾ ਚਾਹੁੰਦਾ। It was intelligence and counter-intelligence network in Dera Sacha Sauda Sirsa that had shocked me in 2007. ਹੁਣ 2007 ਦੀ ਗੱਲ ਇਹ ਕਰ ਰਿਹਾ, ਸ਼ਸ਼ੀਕਾਂਤ ਨੇ ਵੀ 2007 ਦੀ ਗੱਲ ਕੀਤੀ ਕਿ ਕਿਵੇਂ, ਔਰ 2007 'ਚ ਹੀ 10ਵੇਂ ਪਾਤਸ਼ਾਹ ਦਾ ਸਾਂਗ ਰਚਣ ਵਾਲਾ ਜਿਹੜਾ ਪਹਿਰਾਵਾ ਔਰ ਉਹ ਸਾਰਾ ਪਾਰਟ ਸਲਾਬਤਪੁਰ ਡੇਰੇ 'ਚ ਕੀਤਾ। ਸੋ ਬਿਲਕੁਲ ਜਦੋਂ ਤੁਸੀਂ ਨੋਟਸ ਕੰਪੇਅਰ ਕਰਦੇ ਹੋ, ਕਲੀਅਰ ਹੋ ਗਿਆ ਕਿ ਵੀ ਇਹ ਕੀ ਚੱਲ ਰਿਹਾ ਸੀ। ਇਟ ਵਾਜ਼ ਇੰਟੈਲੀਜੈਂਸ ਐਂਡ ਕਾਊਂਟਰ ਇੰਟੈਲੀਜੈਂਸ ਨੈਟਵਰਕ। ਹੁਣ ਬਹੁਤ ਵਾਰੀ ਇੱਕ ਤਾਂ ਏਜੰਸੀਆਂ ਹੁੰਦੀਆਂ ਨੇ ਆਪਣਾ ਕੰਮ ਕਰਦੀਆਂ, ਇੱਕ ਕਾਊਂਟਰ ਇੰਟੈਲੀਜੈਂਸ, ਈਵਨ ਕਿ ਇੰਟੈਲੀਜੈਂਸ ਦੇ ਬੰਦਿਆਂ 'ਚ ਵੀ ਕੋਈ ਦੁਸ਼ਮਣ ਦੀ ਘੁਸਪੈਠ ਨਾ ਹੋਏ ਜਾਂ ਵਿਕ ਨਾ ਜਾਣ। ਪੈਸਾ, ਔਰਤ, ਦੂਜੀਆਂ ਤੀਜੀਆਂ ਲਈ ਵਿਕਦੇ ਨੇ, ਹਨੀ ਟਰੈਪ ਜਿਹਨੂੰ ਕਹਿੰਦੇ ਨੇ। ਸੋ ਈਵਨ ਉਹਨਾਂ ਦੇ ਉੱਤੇ ਵੀ ਜਿਹੜੇ ਇੰਟੈਲੀਜੈਂਸ ਲਈ ਕੰਮ ਕਰਦੇ ਨੇ, ਉਹਨਾਂ ਦੇ ਉੱਤੇ ਵੀ ਕਾਊਂਟਰ ਇੰਟੈਲੀਜੈਂਸ ਵਾਲੇ ਅੱਖ ਰੱਖਦੇ ਨੇ ਕਿ ਵੀ ਇਹ ਜਿਹੜੇ ਕਿਤੇ ਵਿਕ ਤਾਂ ਨਹੀਂ ਗਏ ਹੈ। ਔਰ ਇਹਨੂੰ ਜਿਹੜਾ ਇਹ ਉਸ ਵੇਲੇ ਬਿਊਰੋ ਚੀਫ ਸੀ ਟ੍ਰਿਬਿਊਨ ਦਾ, ਇਹ ਕਹਿੰਦਾ ਵੀ ਨੈਟਵਰਕਿੰਗ ਇੰਟੈਲੀਜੈਂਸ ਵੀ ਹੈ, ਕਾਊਂਟਰ ਇੰਟੈਲੀਜੈਂਸ ਵੀ ਹੈ। ਆਫਟਰ ਮਚ ਪ੍ਰੋਬ ਦ ਡੇਰਾ ਇਨਸਾਈਡਰਸ ਰਿਵੀਲਡ that a team of retired army, police officials, retired officials of intelligence agency including RAW were behind their intelligence operations. ਇੱਕ ਗੱਲ ਦਾ ਹੋਰ ਧਿਆਨ ਰਹੇ ਕਿ ਜਿਹੜੇ ਇੰਟੈਲੀਜੈਂਸ ਏਜੰਸੀਆਂ ਲਈ ਕੰਮ ਕਰਦੇ ਨੇ, ਉਹ ਜਦੋਂ ਆਪਣੀ ਨੌਕਰੀ ਮੁਕੰਮਲ ਕਰਕੇ ਰਿਟਾਇਰ ਵੀ ਹੋ ਜਾਂਦੇ ਨੇ, ਉਹ ਕਦੇ ਰਿਟਾਇਰ ਨਹੀਂ ਹੁੰਦੇ ਜੀ, ਕਿਉਂਕਿ ਉਹ ਹਮੇਸ਼ਾ ਹੀ ਜਿਹੜੇ ਨੇ ਉਹਨਾਂ ਦੀਆਂ ਸਰਵਿਸਿਜ਼ ਉਹ ਲੈਂਦੇ ਨੇ, ਉਹਨਾਂ ਦੇ ਵੇਅਰ ਅਬਾਊਟਸ ਦਾ ਡਾਟਾ ਹੁੰਦਾ। ਔਰ ਜਿਹੜਾ ਜਿੱਥੇ ਪੋਸਟਡ ਹੈ ਉਹ ਜਿਹੜਾ ਹੈ ਉਹ ਆਪਣੀਆਂ ਏਜੰਸੀਆਂ ਲਈ ਕੰਮ ਕਰਦਾ ਹੀ ਕਰਦਾ ਹੈ। ਉਹਨੂੰ ਉਹ ਈਵਨ ਰਿਟਾਇਰਮੈਂਟ 'ਚ ਵੀ ਟਾਸਕ ਦਿੰਦੇ ਨੇ ਕਿ ਭਾਈ ਤੂੰ ਨਿਊਯਾਰਕ 'ਚ ਬੈਠੇ ਔਰ ਉੱਥੇ ਆਹ ਟਾਸਕ ਹੈ ਤੇਰੇ ਕਰਨ ਵਾਲੀ। ਸੋ ਇਹ ਜਿਹੜਾ ਕਿਰਨਦੀਪ ਰੋਵਿੰਗ ਐਡੀਟਰ ਹੈ ਔਰ ਬਿਊਰੋ ਚੀਫ ਰਿਹਾ ਟ੍ਰਿਬਿਊਨ ਦਾ, ਇਹ ਕਹਿੰਦਾ ਕਿ ਭਾਈ ਮੈਂ ਪ੍ਰੋਬ ਤੋਂ ਬਾਅਦ ਡੇਰੇ ਵਾਲਿਆਂ ਦੇ ਤੋਂ ਹੀ ਕਢਵਾਇਆ, ਡੇਰਾ ਇਨਸਾਈਡਰਸ ਰਿਵੀਲਡ, ਉਹਨਾਂ ਨੇ ਤੱਥ ਬਾਹਰ ਲਿਆਂਦਾ that a team of retired army, police officials, retired officials of intelligence agency including RAW were behind their intelligence operations. Some of their dedicated disciples were well trained to tackle any adverse situation. ਜਿਹੜੇ ਉਹਨਾਂ ਦੇ ਬਹੁਤ ਵਫਾਦਾਰ ਸੀ, ਉਹਨਾਂ ਦੀ ਪੂਰੀ ਟ੍ਰੇਨਿੰਗ ਸੀ ਕਮਾਂਡੋ ਟਾਈਪ ਕਿ ਵੀ ਉਹਨਾਂ ਨੇ ਕਿਵੇਂ ਕਿਸੇ ਵੀ ਹਾਲਾਤ ਨਾਲ ਨਜਿੱਠਣਾ। Even some of the disciples were motivated to take the extreme step of taking their lives or someone else in case of any eventuality.
ਇਹ ਉਹਨਾਂ ਦੀ ਟ੍ਰੇਨਿੰਗ ਸੀ ਕਿ ਕਿਸੇ ਹਾਲਤ ਜਾਂ ਉਹ ਆਪਣਾ ਆਪ ਐਂਡ ਕਰ ਲੈਣਗੇ ਜਿਵੇਂ ਜਿਹਨੂੰ ਸੁਸਾਈਡ ਕਹਿੰਦੇ ਨੇ ਜਾਂ ਹੋਮਿਸਾਈਡ ਕਰਨਗੇ ਕਿਵੇਂ ਉਹਨਾਂ ਨੇ। ਔਰ ਜਿਵੇਂ ਪੰਚਕੂਲਾ 'ਚ ਉਹਨਾਂ ਨੇ ਸਿਸਟਮੈਟਿਕ ਵਾਇਲੈਂਸ ਕੀਤੀ, ਕਾਮਨ ਬੰਦਾ ਤਾਂ ਕਰ ਵੀ ਨਹੀਂ ਸਕਦਾ ਹੈ, ਸੋਚ ਵੀ ਨਹੀਂ ਸਕਦਾ। ਹੁਣ ਉਹਨਾਂ ਨੇ ਇਟ ਵਾਜ਼ ਆਲਸੋ ਐਵੀਡੈਂਟ ਫਰੋਮ ਦਾ ਫੈਕਟ ਦੈਟ 4 ਡੇਰਾ ਫਾਲੋਅਰਸ ਹੈਡ ਰਿਪੋਰਟਡਲੀ ਕਮਿਟਡ ਸੁਸਾਈਡ ਡਿਊਰਿੰਗ ਦਾ ਡੇਰਾ ਚੀਫਸ ਡਰੈਸ ਰੋ। ਉਹਨੇ ਡਰੈਸ ਰੋ 2007 ਚ ਹੋਈ ਹੈ। ਉਹ ਇਹ ਕਹਿੰਦਾ ਵੀ ਉਦੋਂ ਵੀ 4 ਜਿਹੜੇ ਉਹਦੇ ਫਾਲੋਅਰ ਨੇ ਉਹਨਾਂ ਨੇ ਆਤਮਦਾਹ ਕਰ ਲਿਆ ਸੀ। ਹੁਣ ਵੀ ਜੇ ਇਹ ਸਾਰਾ ਪਾਰਟ ਜਿਵੇਂ ਉਹਨੂੰ ਐਸਕੇਪ ਕਰਾ ਕੇ ਲਿਜਾਣਾ ਚਾਹੁੰਦੇ ਸੀ ਜਾਂ ਕੀ ਕਹਾਣੀਆਂ ਨੇ, ਮੈਨੂੰ ਤਾਂ ਬਹੁਤ ਸਾਰੀਆਂ ਉਹ ਵੀ ਪਲਾਂਟ ਕਹਾਣੀਆਂ ਲੱਗਦੀਆਂ। ਔਰ ਆਪਣੇ ਲੋਕ ਚਸਕੇ ਲੈ ਰਹੇ ਨੇ ਉਹਦੀ ਹਨੀਪ੍ਰੀਤ ਕਿੱਥੇ ਗਈ, ਫਲਾਣਾ ਕੀ ਹੋਇਆ, ਟਿਮਕ ਪਹਿਲਾਂ ਹੋਇਆ ਜੀ ਫੜੀ ਗਈ ਮੁੰਬਈ, ਹੁਣ ਹੋਇਆ ਜੀ ਉਹਨਾਂ ਦੀ ਪੁਲਿਸ ਹਰਿਆਣੇ ਦੀ ਨੇਪਾਲ ਬਾਰਡਰ ਤੇ। ਇਹ ਸਾਰਾ ਇੰਟੈਲੀਜੈਂਸ ਆਪਰੇਸ਼ਨ ਸੀ। ਉਹ ਇੱਕ ਕੁੜੀ ਦਾ ਨਾਂ ਰੱਖ ਦਿਓ, ਦੂਜੀ ਦਾ ਰੱਖ ਦਿਓ, ਇੱਕ ਹੁਣ ਜਿਹਨੂੰ ਪ੍ਰੈਜ਼ੀਡੈਂਟ ਬਣਾ ਕੇ ਬਿਆਨ ਦਵਾ ਰਹੇ ਨੇ ਵਿਪਾਸਨਾ ਕਿ ਕੀ ਹੈ ਉਹਦਾ ਤੁਸੀਂ ਸ਼ਕਲ ਦੇਖੋ ਤੁਹਾਨੂੰ ਇੰਟੈਲੀਜੈਂਸ ਆਪਰੇਟਿਵ ਲੱਗਦੀ ਹੈ। ਉਹ ਕਹਿ ਰਹੇ ਜੀ ਕੋਈ ਅਜੇ ਅਸੀਂ ਗੱਦੀ ਨਹੀਂ ਬਦਲੀ, ਸਾਡੇ ਸਾਰੇ ਆਪਰੇਸ਼ਨ ਬਿਲਕੁਲ ਵੈਲ ਰਜਿਸਟਰਡ ਨੇ, ਸਾਡੇ ਵੈਪਨ ਸਾਰੇ ਰਜਿਸਟਰਡ ਨੇ ਔਰ ਅਸੀਂ ਜਿਹੜਾ ਇਹ ਸਾਰੇ ਨੂੰ ਇਹ ਜਿਹੜਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਸਾਡੇ 12,000 ਸਟੂਡੈਂਟ ਔਰ ਦੂਜੇ ਨੇ ਐਵਰੀ ਆਪਰੇਸ਼ਨ ਹਰ ਚੀਜ਼ ਅਸੀਂ ਬਾਈ ਦਾ ਲਾਅ ਕਰਦੇ ਹਾਂ ਔਰ ਅਸੀਂ ਬੜਾ ਲਾਅ ਦਾ ਸਨਮਾਨ। ਉਹ ਤੁਸੀਂ ਸਾਰਾ ਦੇਖ ਰਹੇ ਹੋ ਕਿ ਵੀ ਇੰਟੈਲੀਜੈਂਸ ਨੈਟਵਰਕ ਔਰ ਜਿਹੜੇ ਸਾਡੇ ਲੋਕ ਬਜਾਏ ਕਿ ਉਹਦੀ ਤਹਿ 'ਚ ਜਾਣ ਦੇ ਅਸੀਂ ਲੱਛਣਾਂ ਦੇ ਨਾਲ ਸਿੰਪਟਮਸ ਦੇ ਨਾਲ ਹੀ ਅਸੀਂ ਲੜਦੇ। ਦਾ ਡੇਰਾ ਵਾਜ਼ ਹਾਈ ਟੈਕ with modern facilities to monitor every event round the clock. High tech ਸੀ, ਹਰ ਮਿੰਟ ਸੈਕਿੰਡ ਦੀ ਜਿਹੜੀ ਹੈ round the clock monitoring. Even many suspects that the dera men too had phone tapping instruments inside the dera. There were many inside the dera who were found with spying instruments. ਡੇਰੇ ਦੇ ਅੰਦਰੋਂ ਜੋ ਨਿਕਲਦਾ ਸੀ ਫੋਨ ਉਹ ਤਾਂ ਟੈਪ ਹੁੰਦਾ ਹੀ ਸੀ, ਪਰ ਬਹੁਤ ਸਾਰਿਆਂ ਦੇ ਕੋਲ ਜਸੂਸੀ ਵਾਲੇ ਜਿਹੜੇ ਜੰਤਰ ਨੇ, ਅੱਜ ਕੱਲ ਤਾਂ ਟੈਕਨੋਲੋਜੀ ਬਹੁਤ ਐਡਵਾਂਸ ਹੈ, ਉਹ ਸਾਰਿਆਂ ਦੇ ਬਹੁਤ ਸਾਰਿਆਂ ਦੇ ਕੋਲ ਜਿਹੜੇ ਨੇ ਉਹ ਸਪਾਈਂਗ ਡਿਵਾਈਸਿਸ ਵੀ ਸੀਗੇ। I had a first-hand experience of the Dera activities when Gurmeet Ram Rahim had courted controversy by wearing a dress resembling the 10th Sikh Guru Gobind Singh। ਕਿ ਮੇਰਾ ਪਹਿਲਾ ਤਜਰਬਾ ਹੋਇਆ ਜਦੋਂ ਕਿ ਮੈਂ ਉਸ ਨੂੰ ਜਿਹੜਾ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਵਾਲਾ ਸਾਂਗ ਰਚਿਆ। Subsequently, photograph of the same event appeared as an advertisement in the newspaper in May 2007। ਇਹ ਸ਼ਸ਼ੀਕਾਂਤ ਨੇ ਜਿਵੇਂ ਕਿਹਾ ਸੀ ਕਿ ਅੰਦਰ ਤਾਂ ਜੋ ਹੁੰਦਾ ਹੈ ਜੇ ਬਾਹਰ ਹੀ ਨਾ ਆਉਂਦਾ, ਪਰ ਉਹਦੀ ਫਿਰ ਪੂਰੀ ਐਡਵਰਟਿਜ਼ਮੈਂਟ ਜਿਹੜੀ ਹੈ ਉਹ ਮਈ 2007 ਦੇ ਅਖਬਾਰਾਂ 'ਚ ਇੰਡੀਅਨ ਐਕਸਪ੍ਰੈਸ, ਈਵਨ ਅਜੀਤ ਜਲੰਧਰ ਨੇ ਉਹ ਛਾਪਿਆ। ਔਰ ਬਾਦਲ ਦਾ ਸੁਖਬੀਰ ਦਾ ਖਾਸ ਬੰਦਾ ਹੈ ਬਰਜਿੰਦਰ ਹਮਦਰਦ। ਇਹ ਮਈ 2007 ਦੇ ਵਿੱਚ I was then working with the Tribune as staff correspondent and posted in Sirsa. ਮੈਂ ਸਿਰਸੇ 'ਚ posted ਸੀ, staff correspondent ਸੀ। I was among few journalists who were allowed to meet the Dera chief to get his version on the dress row। ਕਿ ਬੜੇ ਥੋੜੇ ਜਿਹੜੇ ਉਹਨੂੰ ਮਿਲ ਸਕੇ ਅੰਦਰ, ਮੈਂ ਉਹਦਾ ਪੱਖ ਜਾਣਨ ਲਈ ਉਹਨਾਂ 'ਚੋਂ ਮੈਂ ਇੱਕ ਸੀ। As we moved in the Dera, I saw a large number of Dera security personnel deployed inside। ਜਦੋਂ ਮੈਂ ਅੰਦਰ ਗਿਆ ਬਹੁਤ ਸਾਰੇ ਜਿਹੜੇ ਨੇ ਮੈਨੂੰ ਸਿਕਿਉਰਿਟੀ ਵਾਲੇ ਨਜ਼ਰ ਆਏ। Right from the beginning, the Dera men video recorded our conversations with the Dera spokesperson or any other। ਕਿ ਜਿੱਧਰ ਵੀ ਅਸੀਂ ਜਾਈਏ ਜੋ ਗੱਲ ਕਰਦੇ ਸੀ ਉਹਦੀ ਸਾਰੀ ਵੀਡੀਓ ਰਿਕਾਰਡਿੰਗ ਹੁੰਦੀ ਸੀ। Members of the Dera management escorted us to the residence of Dera chief. We were asked to remove our shoes and deposit our mobile phones at the entrance. We had no choice but to do it. We all were wondering if we would be taken to scary gufa of the Dera chief, the infamous area where he raped sadhvis। ਉਹਨੇ ਕਿਹਾ ਜੀ ਸਾਨੂੰ ਕਿਹਾ ਕਿ ਵੀ ਬੂਟ ਲਾਓ, ਫੋਨ ਇੱਥੇ ਰੱਖੋ, ਤੇ ਅਸੀਂ ਘਬਰਾਏ ਵੀ, ਹੋਰ ਕੋਈ ਚੋਇਸ ਨਹੀਂ ਸੀ ਕਿ ਵੀ ਸਾਨੂੰ ਲੱਗਾ ਵੀ ਜਿੱਥੇ ਉਹ ਸਾਧਵੀਆਂ ਨਾਲ ਜ਼ਬਰ ਜਨਾਹ ਕਰਦਾ ਸਾਨੂੰ ਕਿਸੇ ਉਸ ਗੁਫਾ 'ਚ ਲੈ ਕੇ ਚੱਲੇ ਜੀ। As the gates of his residence were open, we got a glimpse of his living quarters and things were surprising। ਉਹਨੇ ਕਿਹਾ ਜਦੋਂ ਕਿਉਂਕਿ ਜਿਉਂ ਹੀ ਉਹ ਦਰਵਾਜ਼ੇ ਖੁੱਲੇ ਉਹਦੇ ਰੈਜ਼ੀਡੈਂਟਸ ਦੇ, ਜਿਹੜਾ ਅਸੀਂ ਝਲਕਾਰਾ ਦੇਖਿਆ ਉਹ ਤਾਂ ਸਾਨੂੰ ਜਿਹੜਾ ਉਹ 8ਵੇਂ ਅਸਮਾਨ ਤੇ ਲੈ ਗਿਆ, ਹੈਰਾਨੀ ਕਰਨ ਵਾਲਾ ਸੀ। Dera chief was sitting on a chair in his manicured lawn and was surrounded by the Dera men carrying at least 3 video cameras and still cameras। ਕਿ ਉਹ ਕੁਰਸੀ ਤੇ ਬੈਠਾ ਸੀ, ਬਹੁਤ ਵਧੀਆ ਮੈਨੀਕਿਉਰ ਕੀਤਾ ਉਹਦਾ ਲਾਨ ਸੀ, ਘਾਹ ਪ੍ਰੋਪਰ ਕੱਟਿਆ ਹੋਇਆ ਸੀ ਔਰ 3 ਵੀਡੀਓ ਕੈਮਰੇ ਤੇ ਪਤਾ ਨਹੀਂ ਕਿੰਨੇ ਕੈਮਰੇ ਜਿਹੜੇ ਨੇ 4 ਚਫੇਰੇ ਉਹ ਸੀ।
We were directed to sit on the ground and ask questions to the Dera chief. ਸਾਨੂੰ ਕਿਹਾ ਵੀ ਥੱਲੇ ਬਹਿ ਜਾਓ ਪੁੰਜੇ ਔਰ ਪੁੱਛੋ ਸਵਾਲ. One of our fellow journalists folded his hand and asked the Dera chief why he was not tendering an apology to end the controversy. ਕਿ ਇੱਕ ਜਿਹੜਾ ਸੀ ਪੱਤਰਕਾਰ ਉਹਨੇ ਹੱਥ ਜੋੜੇ ਤੇ ਉਹਨੇ ਕਿਹਾ ਜੀ ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਭੜਕਾਈਆਂ, ਮਾਫੀ ਕਿਉਂ ਨਹੀਂ ਮੰਗਦੇ? But the Dera chief denied that he copied Guru Gobind Singh. I told my friend journalist not fold his hand before the Dera chief because the Dera men were recording everything and can misuse it at any point of time. ਉਹਨੇ ਕਿਹਾ ਵੀ ਜਿਹੜਾ ਮੇਰੇ ਨਾਲ ਸੀ ਕੋਰਸਪੋਂਡੈਂਟ ਟ੍ਰਿਬਿਊਨ ਦਾ ਹੋਏਗਾ ਉਹਨੂੰ ਮੈਂ ਕਿਹਾ ਤੂੰ ਨਾ ਹੱਥ ਜੋੜੀ ਇਹ ਸਭ ਰਿਕਾਰਡ ਕਰ ਰਹੇ ਨੇ, ਕੱਲ ਨੂੰ ਇਸ ਦੀ ਇਹ ਕਿਤੇ ਹੋਰ ਪਾਸੇ ਗਲਤ ਵਰਤੋਂ ਕਰਨਗੇ ਕਿ ਜੀ ਇਹ ਵੀ ਝੀਲਾ ਹੈ, ਇਹ ਹੱਥ ਜੋੜ ਕੇ ਖੜਾ ਹੈ. ਆਫਟਰ ਟੇਕਿੰਗ ਅ ਫਿਊ ਮੋਰ ਕੁਐਸਚਨਸ ਦਾ ਪ੍ਰੈਸ ਮੀਟ ਵਾਸ ਡਿਕਲੇਅਰਡ ਓਵਰ. ਕੁਝ ਸਵਾਲ ਲਏ ਉਹਨਾਂ ਨੇ ਕਿਹਾ ਜੀ ਪ੍ਰੈਸ ਮੀਟ ਖਤਮ. ਦਾ ਟੈਰਰ ਆਫ ਦਾ ਡੇਰਾ ਚੀਫ ਵਾਸ ਵਿਜ਼ੀਬਲ ਐਵਰੀਵੇਅਰ ਕਿ ਉਹਦਾ ਕਿੰਨੀ ਦਹਿਸ਼ਤ ਹੈ ਚਾਰ ਚਫੇਰੇ ਇਹ ਬਿਲਕੁਲ ਸਾਫ਼ ਨਜ਼ਰ ਆ ਰਿਹਾ ਸੀ. After this interaction, it was clear to us that he was supported by some intelligence agency people. ਹੁਣ ਇਹ 2007 ਦੇ ਵਿੱਚ ਜਿਹੜਾ ਇੱਕ ਇਮਾਨਦਾਰ ਜਰਨਲਿਸਟ ਹੋਏਗਾ, ਟ੍ਰਿਬਿਊਨ ਦਾ ਚੀਫ ਸੀ ਉੱਥੇ ਸਰਸੇ ਦਾ, ਉਹਨੇ ਕਿਹਾ ਵੀ ਪਹਿਲੀ ਜਿਹੜੀ ਗੱਲ 'ਚ ਮੈਨੂੰ ਇਹ ਗੱਲ ਸਮਝ ਆ ਗਈ ਕਿ ਇਹਨੂੰ ਇੰਟੈਲੀਜੈਂਸ ਏਜੰਸੀਆਂ ਦੇ ਲੋਕ ਸਪੋਰਟ ਕਰ ਰਹੇ ਨੇ. I was inquisitive enough to find out who really was behind their intelligence network, as the Dera was not sparing their management men, spokesperson and recording their activity also. ਕਿ ਮੇਰੇ ਅੰਦਰ ਇਹ ਜਿਗਿਆਸਾ ਸੀ ਕਿ ਮੈਂ ਇਹ ਲੱਭਾਂ ਕਿ ਇਸ ਇੰਟੈਲੀਜੈਂਸ ਨੈਟਵਰਕ ਦੇ ਪਿੱਛੇ ਕੌਣ ਹੈ, ਕਿਉਂਕਿ ਜਿਹੜੀ ਡੇਰੇ ਦੀ ਮੈਨੇਜਮੈਂਟ ਸੀ ਜਾਂ ਉਹਨਾਂ ਦੇ ਸਪੋਕਸਮੈਨ ਜਾਂ ਦੂਜੇ ਸੀ ਉਹਨਾਂ ਦੀਆਂ ਐਕਟੀਵਿਟੀਜ਼ ਵੀ ਰਿਕਾਰਡ ਹੋ ਰਹੀਆਂ ਸੀ ਕਿ ਵੀ ਇਹਦਾ ਮਤਲਬ ਇਹ ਹੈ ਉਹ ਜਿਹਨੂੰ ਉਹਨੇ ਇੰਟੈਲੀਜੈਂਸ ਤੇ ਕਾਊਂਟਰ ਇੰਟੈਲੀਜੈਂਸ ਕਿਹਾ ਹੈ ਉਹ ਦੋਨੋਂ ਹੀ ਜਿਹੜੀਆਂ ਏਜੰਸੀਜ਼ ਨੇ ਉਹ ਐਟ ਵਰਕ ਸੀ. The people who were escorting their Dera chief were suspicious looking. ਕਿ ਜਿਹੜੇ ਉਹਦੇ ਨਾਲ ਬੰਦੇ ਚੱਲ ਰਹੇ ਸੀ ਉਹ ਸਾਰੇ ਸ਼ੱਕੀ ਲੱਗਦੇ ਸੀ. ਸਾਰੇ ਕਿ ਵੀ ਤੁਸੀਂ ਜੇ ਪੰਚਕੂਲਾ ਜਾਂ ਦੂਜੇ 'ਚ ਵੀ ਦੇਖੋ, ਮੈਂ ਦੇਖਿਆ ਮੈਂ ਕਿਹਾ ਇਹ ਸਾਰੇ ਕਮਾਂਡੋ ਨੇ ਇਹਨਾਂ ਦੇ ਏਜੰਸੀਆਂ ਦੇ, ਇਹ ਕੋਈ ਉਹਦੇ ਫਾਲੋਅਰ ਨਹੀਂ ਹੈਗੇ. ਐਵੇਂ ਨਹੀਂ 200 ਗੱਡੀਆਂ 400 ਦਾ ਕਾਫਲਾ ਬਣਾ ਕੇ ਔਰ ਉਹ ਸਾਰਾ ਉਹ ਕਿੱਥੇ ਗਈਆਂ ਗੱਡੀਆਂ 200 ਜਿਹੜੇ ਉਹਦੇ 'ਚ ਆਏ ਸੀ ਨਿਕਲੇ ਕਿੱਥੇ ਗਏ ਲੋਕ? 800 ਕਹਿ ਰਹੇ ਸੀ. ਹਾਂਜੀ ਹਾਂ ਜੀ. After a few days of dress row, the journalists from all over India were camping in Sirsa to cover the controversy. ਕਿ ਵੀ ਜਿਉਂ ਹੀ ਉਹ ਹੋਇਆ ਫਿਰ ਸਾਰੇ ਭਾਰਤ ਭਰ ਦੇ ਉੱਥੇ ਪੱਤਰਕਾਰਾਂ ਨੇ ਡੇਰਾ ਲਾਇਆ ਉਹਨੂੰ ਕਵਰ. We all had to attend the press conferences daily addressed by the Dera spokesperson Aditya Insan, who was mastermind of many Dera operations and sometimes by Pawan Insan. ਉਹਨੇ ਦੋਨੋਂ ਹੀ ਅਦਿੱਤਿਆ ਔਰ ਪਵਨ ਇਹੀ ਮੇਨ ਧਮਕੀਆਂ ਔਰ ਜੋ ਵੀ ਚੱਲ ਰਿਹਾ ਸੀ ਉਹ ਸਾਰੇ 'ਚ ਹੀ ਇਨਵੋਲਵ ਸੀ ਔਰ ਉਹਨੇ ਕਿਹਾ ਕਿ ਵੀ ਇਹ ਮਾਸਟਰਮਾਈਂਡ ਸੀ. ਮੈਨੀ ਟਾਈਮਸ ਦਾ ਪ੍ਰੈਸ ਕਾਨਫਰੰਸ ਵਰ ਹੈਲਡ ਲੇਟ ਐਟ ਨਾਈਟ, ਬਹੁਤ ਲੇਟ ਰਾਤ ਨੂੰ. ਬਟ ਦਾ ਜਰਨਲਿਸਟ ਵਰ ਆਲਵੇਜ਼ ਚੇਜ਼ਡ ਬਾਈ ਦਾ ਡੇਰਾ ਮੈਨ ਵੇਅਰ ਐਵਰ ਦੇ ਵੈਂਟ. ਜਿੱਥੇ ਵੀ ਕੋਈ ਪੱਤਰਕਾਰ ਜਾਂਦਾ ਸੀ ਡੇਰੇ ਦੇ ਬੰਦੇ ਉਹਨੂੰ ਫੋਲੋ ਕਰਦੇ ਸੀ, ਚੇਜ਼ ਕਰਦੇ ਸੀ. ਲੇਟਰ ਸਮ ਆਫ ਦਾ ਜਰਨਲਿਸਟ ਟੁਕ ਦਾ ਮੈਟਰ ਟੂ ਦਾ ਡੇਰਾ ਮੈਨੇਜਮੈਂਟ. ਕੁਝ ਪੱਤਰਕਾਰਾਂ ਨੇ ਡੇਰਾ ਮੈਨੇਜਮੈਂਟ ਨੂੰ ਕਿਹਾ ਵੀ ਇਹ ਕੀ ਹੋ ਰਿਹਾ. ਐਵਰੀਵਨ ਇਨਸਾਈਡ ਦਾ ਡੇਰਾ ਵਾਜ਼ ਅੰਡਰ ਸਕੈਨਰ. ਜੋ ਵੀ ਅੰਦਰ ਸੀ ਉਹਦੇ ਤੇ ਸਕੈਨਰ ਲੱਗਾ ਹੋਇਆ ਸੀ. The journalist who wanted to get a reply on any query from the Dera chief had to attend the majlis in the evening. ਉਹ ਜਿਹੜੀ ਸ਼ਾਮ ਨੂੰ ਜਿਹੜੀ ਉਹ ਆਪਣਾ ਜਬਲੀਆਂ ਮਾਰਦਾ ਸੀ ਉਹਨੂੰ ਮਜਲਿਸ ਉਹਦਾ ਨਾਂ ਰੱਖਿਆ. ਉਹਨੇ ਕਿਹਾ ਜੀ ਸਵਾਲ ਪੁੱਛਣੇ ਆ ਤੇ ਸਾਰਿਆਂ ਨੂੰ ਮਜਲਿਸ 'ਚ ਆਉਣਾ ਪੈਂਦਾ ਸੀ. During this time, the journalist had to send a slip carrying his question to Dera chief and he would then answer this publicly. ਉਹ ਸਲਿੱਪ ਭੇਜਦੇ ਸੀ, ਉਹਦਾ ਜੀ ਕਰੇ ਜਵਾਬ ਦੇ ਨਾ ਦੇ ਸਾਰਿਆਂ ਦੇ ਸਾਹਮਣੇ ਦਿੰਦਾ ਸੀ. In addition, all the journalists had to attend this because while addressing his followers, many times Dera chief used to make comment on the current events and that too made headlines. ਉਹਦੇ 'ਚ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਵੀ ਟਿੱਪਣੀਆਂ ਕਰਦਾ ਸੀ ਔਰ ਉਹਦਾ ਵੀ ਜਿਹੜਾ ਬੜੇ ਅਗਲੇ ਦਿਨ ਸਿਰਲੇਖ ਬਣ ਜਾਂਦੇ ਸੀ. The Dera followers had good knowledge of print, electronic media and also about internet. ਕਿ ਵੀ ਇਹ ਸਾਰੇ ਪ੍ਰਿੰਟ ਇਲੈਕਟ੍ਰੋਨਿਕ ਉਹਦੇ ਬਾਰੇ ਉਹ ਪੂਰੇ ਹੈ ਹੀ. ਜਦੋਂ ਇੰਟੈਲੀਜੈਂਸ ਦਾ ਨੈਟਵਰਕ ਸੀ ਤੇ ਮਹਾਰਤ they had proper control room to monitor all the channels. Under control room ਬਣਿਆ ਹੋਇਆ ਸੀ ਜਿੱਥੇ ਸਾਰੇ ਚੈਨਲ ਮੋਨੀਟਰ ਹੋ ਰਹੇ ਸੀ. The Dera had released 2 letters, one of regret on May 19th and another of apology on May 27, 2007, stating these in a large interest of humanity, which to some extent eased out the tension between the Dera followers and the Sikhs. ਕਿ ਉਹਨੇ 19 ਮਈ ਨੂੰ ਜਿਹੜਾ ਰਿਗਰੈਟ ਦਾ ਲੈਟਰ ਜਾਰੀ ਕੀਤਾ 1 ਮਈ 27 ਨੂੰ ਔਰ ਤਾਂ ਕਿ ਔਰ ਸਿੱਖ ਜਿਹੜੇ ਨੇ ਉਹ ਠੰਡੇ ਹੋ ਜਾਣ.
ਔਰ ਉਹਦੇ 'ਚ ਉਹਨੇ ਕਿਹਾ ਵਿਚ ਟੂ ਈਜ਼ਡ ਆਊਟ ਦਾ ਟੈਂਸ਼ਨ ਬਿਟਵੀਨ ਦਾ ਉਹਦੇ ਨਾਲ ਕੋਈ ਥੋੜੀ ਜਿਹੀ ਟੈਂਸ਼ਨ ਘਟੀ। ਅਦਿੱਤਿਆ ਇਨਸਾਨ ਵਾਸ ਦਾ ਵਨ ਹੂ ਵਾਸ ਡਿਸਾਈਡਿੰਗ ਅਬਾਊਟ ਦਾ ਕੰਟੈਂਟ ਆਫ ਦੋਜ਼ ਲੈਟਰਸ। ਇਹੀ ਉਹਨੇ ਕਿਹਾ ਜੀ ਉਹੀ ਫੈਸਲਾ ਕਰ ਰਿਹਾ ਸੀ ਵੀ ਚਿੱਠੀ ਦੇ ਵਿੱਚ ਕੀ ਲਿਖਣਾ। ਸਿਗਨੀਫਿਕੈਂਟਲੀ ਬਿਫੋਰ ਦਾ ਲੈਟਰਸ ਵਰ ਇਸ਼ੂਡ ਬਾਈ ਦਾ ਡੇਰਾ ਟੂ ਦਾ ਮੀਡੀਆ, ਇਟਸ ਕੰਟੈਂਟ ਵਾਸ ਡਿਸਕਸਡ ਵਿਦ ਪੰਜਾਬ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਥਰੂ ਗਵਰਨਮੈਂਟ ਆਫੀਸ਼ੀਅਲਸ ਇਨਵੋਲਵਡ ਇਨ ਦਾ ਨੈਗੋਸ਼ੀਏਸ਼ਨ। ਹੁਣ ਇਹ ਸ਼ਸ਼ੀਕਾਂਤ ਦੀ ਗੱਲ ਜਿਹੜੀ ਹੈ ਟੈਸਟੀਫਾਈ ਹੋ ਰਹੀ। ਉਹਨੇ ਕਿਹਾ ਜੀ ਜਿਹੜੀ ਵੀ ਚਿੱਠੀ ਜਾਰੀ ਹੁੰਦੀ ਸੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਦਾ ਕੰਟੈਂਟ ਸਰਕਾਰੀ ਅਧਿਕਾਰੀਆਂ ਰਾਹੀਂ ਡਿਸਕਸ ਹੋ ਰਿਹਾ ਸੀ। ਦਾ ਵੈਲ ਪਲੇਸਡ ਸੋਰਸਿਸ ਇਨ ਦਾ ਬਿਊਰੋਕ੍ਰੇਸੀ ਐਂਡ ਇੰਟੈਲੀਜੈਂਸ ਹੈਡ ਰਿਵੀਲਡ ਕਿ ਜਿਹੜੇ ਬਿਊਰੋਕਰੈਟ ਔਰ ਇੰਟੈਲੀਜੈਂਸ ਦੇ ਬੰਦੇ ਸੀ ਉਹਨਾਂ ਨੇ ਮੇਰੇ ਕੋਲ ਇਹ ਰਿਵੀਲ ਕੀਤਾ ਕਿ ਵੀ ਇਹ ਜੋ ਕੁਝ ਚੱਲ ਰਿਹਾ ਇਹ ਇਸ ਤਰ੍ਹਾਂ ਚੱਲ ਰਿਹਾ ਬਾਦਲ ਦੇ ਨਾਲ ਜਿਹੜਾ ਉਹ ਹੋ ਕੇ ਡਿਸਕਸ ਇਹ ਸਾਰਾ। ਦਾ ਡੇਰਾ ਵਾਜ਼ ਹੈਵਿੰਗ ਆਲ ਦਾ ਐਕਸਪਰਟੀਜ਼ ਟੂ ਡੀਲ ਵਿਦ ਐਨੀ ਸਿਚੁਏਸ਼ਨ। ਉਹਨਾਂ ਕੋਲ ਹਰ ਚੀਜ਼ ਦੀ ਮੁਹਾਰਤ ਸੀ ਏਜੰਸੀਆਂ ਦਾ ਜਦੋਂ ਨੈਟਵਰਕ। ਦਾ ਡੇਰਾ ਹੈਡ ਏ ਡੈਡੀਕੇਟਿਡ ਟੀਮ ਆਫ ਡਿਵੋਟਿਵ, ਸਮ ਆਫ ਦੈਮ ਵਰ ਸਾਧੂਸ। ਜਿਹੜੀ ਡੈਡੀਕੇਟਿਡ ਟੀਮ ਸੀ ਹੁਣ ਉਹ 400 ਸਾਧੂ ਤਾਂ ਆ ਜਾਣੇ ਨੇ ਜਿਹੜੇ ਖੱਸੀ ਕੀਤੇ ਹੋਏ ਨੇ, ਉਹਨਾਂ ਦਾ ਕੇਸ ਖੋਲਣ ਵਾਲਾ। ਪਰ ਜਿਨ੍ਹਾਂ ਨੂੰ ਇਹ ਸਾਧੂ ਕਹਿ ਕੇ ਬ੍ਰੈਕਟ 'ਚ ਲਿਖਤਾ ਹੈ ਡਾਕਟਰਸ, ਇੰਜੀਨੀਅਰਸ ਐਂਡ ਫਰਮ ਅਦਰ ਫੀਲਡਸ। ਇਹ ਇਸ ਲੈਵਲ ਦੇ ਬੰਦੇ ਉਹਦੇ ਨਾਲ ਲੱਗੇ ਹੋਏ ਸੀ। ਵਨ ਆਫ ਦਾ ਸਾਧੂਸ ਹੂ ਹੈਡ ਏ ਬੀਟੈਕ ਡਿਗਰੀ ਟੋਲਡ ਮੀ that he was monitoring whatever content regarding the Dera chief was appearing online and making records of it। ਹੁਣ ਇੱਕ BTech ਬੈਠਾ ਹੈ, ਇਹਨਾਂ ਨੈਟਵਰਕ ਦਾ ਸ਼੍ਰੋਮਣੀ ਕਮੇਟੀ 1000 ਕਰੋੜ ਦਾ ਬਜਟ ਹੈ, ਉੱਥੇ ਇੱਕ ਬਿਠਾਇਆ ਕੋਈ ਕਦੇ ਈਮੇਲ ਦਾ ਜਵਾਬ ਦੇ ਦਿੱਤਾ ਨਹੀਂ, ਉਹਨਾਂ ਦੇ ਕੋਲ ਨਹੀਂ ਹੈਗਾ, ਕੁਝ ਵੀ ਨਹੀਂ ਹੈ ਉਹਨਾਂ ਦੇ ਕੋਲ ਰਾਤ। ਲੇਕਿਨ ਕਿਉਂਕਿ ਹਾਈ ਟੈਕ ਆਪਰੇਸ਼ਨ ਸੀ ਏਜੰਸੀਆਂ ਦਾ, ਉਹਨੂੰ ਉਹਨਾਂ ਨੇ ਉਸ ਤਰੀਕੇ ਨਾਲ ਇਕਵਿਪ ਕੀਤਾ। ਔਰ this was later confirmed when my story It's Hard to Find Dera Chief was published on May 22, 2000। ਉਹਨੇ ਕਿਹਾ ਜੀ ਜਿਹੜੀ ਗੱਲ ਉਹਨੇ ਕਹੀ ਉਹ ਕਨਫਰਮ ਹੋਈ ਜਦੋਂ ਮੇਰੀ ਸਟੋਰੀ ਛਪੀ ਤਾਂ ਫਿਰ ਮੇਰੇ ਪਿੱਛੇ ਪੈ ਗਏ ਕਿ ਬਈ ਮੈਨੂੰ ਇਹ ਲੱਗਿਆ ਵੀ ਇਹ ਸਟੋਰੀ ਲੇਟ ਹੈ ਔਰ ਇਹ ਸਿਰਫ ਚੰਡੀਗੜ੍ਹ ਐਡੀਸ਼ਨ 'ਚ ਅਪੀਅਰ ਹੋਏਗੀ। ਬਟ ਆਈ ਵਾਜ਼ ਸ਼ੌਕਡ when I went to attend another press conference the Dera on the ongoing dress controversy. The same sadhu male disciple told me that I had hurt his feelings by publishing a story against the Dera chief, while the Dera spokesperson Aditya Ansar told me in an angry tone that it was time for me to introspection। ਕਹਿੰਦਾ ਵੀ ਇਹ ਇਵੇਂ ਉਹ ਦੱਸ ਰਿਹਾ ਵੀ ਕਿਸ ਲੈਵਲ ਦੀ ਨੈਟਵਰਕਿੰਗ ਔਰ ਮੋਨੀਟਰਿੰਗ ਔਰ ਦੂਜੀ ਸੀ। Things were very clear that the Dera men had zero tolerance for any story they considered against them। ਜਿਹੜਾ ਉਹਨਾਂ ਦਾ ਭੇਦ ਖੋਲਣ ਵਾਲੀ ਸਟੋਰੀ ਸੀ ਉਹਦੇ ਤੋਂ ਪੂਰਾ ਭੜਕ ਜਾਂਦੇ ਸੀ। This was just the beginning of hostile behavior towards me। ਇਹ ਸ਼ੁਰੂਆਤ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਮੇਰੇ ਕੋਲ I was also among the journalists who had managed to get the copy of CBI charge sheet filed against the Dera chief in a rape case and 2 murder cases। ਕਿ 2 ਕਤਲ ਕੇਸ ਔਰ ਜਬਰ ਜਨਾਹ ਕੇਸ ਦੀ ਚਾਰਜ ਸ਼ੀਟ ਜਿਹੜੀ CBI ਨੇ ਫਾਈਲ ਕੀਤੀ ਉਹਦੀ ਵੀ ਕਾਪੀ ਮੇਰੇ ਕੋਲ ਸੀ। 10 years ago the information was not posted by CBI in its website and getting a copy of ਚਾਰਜ ਸ਼ੀਟ ਵਾਸ ਡਿਫਿਕਲਟ। ਹੁਣ ਕਿਵੇਂ CBI ਵੀ ਇਨ ਕਾਹੂਟ ਸੀ ਇਹਨਾਂ ਦੇ। ਉਹਨੇ ਕਿਹਾ ਵੀ 10 ਸਾਲ ਪਹਿਲਾਂ 2007 ਜਦੋਂ ਇਹਦੇ ਕੋਲ ਇੱਕ ਕਾਪੀ ਸੀ CBI ਨੇ ਆਪਣੇ ਵੈਬਸਾਈਟ ਤੇ ਉਹ ਪੋਸਟ ਹੀ ਨਹੀਂ ਸੀ ਕੀਤੀ ਹੋਈ। ਇਹ ਹੁੰਦਾ ਜਦੋਂ ਸਾਰੇ ਇੱਕ ਦੂਜੇ ਨਾਲ ਰਲ ਕੇ ਆਪਰੇਸ਼ਨ ਹੀ ਏਜੰਸੀ ਆਪਰੇਸ਼ਨਸ। The stories that I wrote were based on CBI investigations that the Dera chief had raped 2 ਸਾਧਵੀ। ਜੋ ਮੈਂ ਲਿਖਿਆ ਉਹ CBI ਇਨਵੈਸਟੀਗੇਸ਼ਨ ਤੇ ਸੀ ਵੀ ਉਹਨੇ 2 ਸਾਧਵੀਆਂ ਨਾਲ ਜਿਹੜਾ ਜ਼ਬਰ ਜਨਾਹ ਕੀਤਾ। Editor of the evening newspaper Pura Sach Ramchandra Chhatrapati and a member of Dera management Ranjit Singh were murdered by Dera men as per the conspiracy hatched by the Dera chief. Sadhvi found Gufa scary story on the independent witness Khatta Singh in both murder cases। ਉਹਨੇ ਕਿਹਾ ਜੀ ਕਿ ਵੀ ਉਹ ਦੋਨੋਂ ਮਾਰਤੇ ਕਿਉਂਕਿ ਉਹਨਾਂ ਨੇ ਰਿਵੀਲ ਕਰ ਦਿੱਤਾ। ਕਿਉਂਕਿ ਜਦੋਂ ਤੁਸੀਂ ਇੰਟੈਲੀਜੈਂਸ ਨੈਟਵਰਕ ਦੇ ਨੇੜੇ ਤੇੜੇ ਵੀ ਹੁੰਦੇ ਹੋ ਮਤਲਬ ਹੁੰਦਾ ਜਿਹੜੇ ਲੋਕ ਕੰਮ ਵੀ ਕਰਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਕੋਈ ਲੀਕ ਹੋਣ ਲੱਗੀ ਤੇ ਐਲੀਮੀਨੇਟ ਕਰ ਦਿੰਦੇ। ਸੋ ਇਹ ਜਿਹੜਾ ਹੁਣ ਕਹੀ ਜਾਓ ਜੀ ਡੇਰਾ ਚੀਫ ਨੇ ਮਰਡਰ ਕੀਤੇ ਕਰਾਏ, ਇਹ ਜਿਹੜਾ ਏਜੰਸੀਆਂ ਦਾ ਹੀ ਨੈਟਵਰਕ ਸੀ ਉਹਨਾਂ ਨੇ ਦੇਖਿਆ ਵੀ ਰਣਜੀਤ ਸਿੰਘ ਦੀ ਭੈਣ ਨਾਲ ਜਬਰ ਜਨਾਹ ਕਰਨਾ ਚਾਹਿਆ ਔਰ ਉਹ ਬਚ ਕੇ ਨਿਕਲ ਗਈ ਇੱਕ ਵਾਰ, ਫਿਰ ਦੂਜੀ ਵਾਰ ਔਰ ਉਹਨੇ ਭਰਾ ਨੂੰ ਦੱਸਿਆ ਜਦੋਂ ਆ ਗਿਆ ਔਰ ਰਣਜੀਤ ਸਿੰਘ ਦਾ ਵੀ ਮਰਡਰ ਹੋ ਗਿਆ ਔਰ ਇਹ ਸਾਰੇ ਜੋ ਛਤਰਪਤੀ ਨੇ ਉਹਨਾਂ ਦੀ ਚਿੱਠੀ ਚਾਪੀ ਉਹਦਾ ਵੀ ਮਰਡਰ ਹੋ ਗਿਆ। ਔਰ ਕਿਸ ਤਰੀਕੇ ਨਾਲ ਇਹ ਕਲਟ ਬ੍ਰੇਨ ਵਾਸ਼ਿੰਗ ਦੇ ਥੱਲੇ ਫਿਰ ਉਹਨੇ ਕਿਹਾ ਜੀ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਟ੍ਰਿਬਿਊਨ ਤੋਂ HK ਦੂਆ ਨੂੰ, ਪਰ ਹੀ ਸਟੂਡ ਐਜ਼ ਦਾ ਟ੍ਰਿਬਿਊਨ ਇਜ਼ ਅ ਟਰਸਟ ਐਂਡ ਵੀ ਹੈਡ ਅ ਫੀਅਰਲੈਸ ਐਡੀਟਰ ਇਨ ਚੀਫ HK ਦੂਆ ਐਂਡ ਅਸਿਸਟੈਂਟ ਐਡੀਟਰ AJ ਫਿਲਿਪ। ਆਈ ਡਿਡਨਟ ਹੈਵ ਮਚ ਟੂ ਵਰੀ ਅਬਾਊਟ ਕਿ ਵੀ ਉਹਨਾਂ ਨੇ ਮੈਨੂੰ ਡਿਫੈਂਡ ਕੀਤਾ।
ਔਰ ਮੈਨੂੰ ਉਹਨਾਂ ਨੇ ਕਿਹਾ ਵੀ ਜੋ ਤੇਰੇ ਖਿਲਾਫ ਹੈ ਤੂੰ ਵੀ ਲਿਖ ਕੇ ਦੇ ਦੇ, ਔਰ ਉਹ ਚਿੱਠੀ ਛਪ ਗਈ। ਔਰ ਮੈਂ ਲਿਖ ਕੇ ਦਿੱਤਾ ਕਿ ਜੀ ਮੇਰਾ ਸੰਬੰਧ ਨਾ ਕੋਈ ਸਿੱਖ ਧਰਮ ਨਾਲ ਹੈ ਨਾ ਡੇਰੇ ਨਾਲ ਹੈ, ਔਰ ਮੈਂ ਤਾਂ ਇੱਕ ਪੱਤਰਕਾਰ ਦੇ ਨਾਤੇ ਜੋ ਦੇਖਿਆ ਉਹ ਮੈਂ ਬਿਆਨ ਕੀਤਾ। ਔਰ later some deramen even dared to damage my motorcycle which was parked inside the police station as I had to rush to a nearby cyber cafe to file the story। ਕਿ ਮੈਂ ਜਦੋਂ ਦੌੜਿਆ ਸਾਈਬਰ ਕਾਫੇ 'ਚ ਸਟੋਰੀ, ਮੇਰਾ ਮੋਟਰਸਾਈਕਲ ਵੀ ਉਹਨਾਂ ਨੇ ਡੈਮੇਜ। देयर वाज नो point of lodging a complaint as there was complete immunity for the deramen and dera। ਕਹਿੰਦਾ ਵੀ ਮੇਰਾ ਮੋਟਰਸਾਈਕਲ ਸਾੜ ਡਿਸਟਰੋਏ ਕਰਤਾ, ਪਰ ਮੈਂ ਪੁਲਿਸ 'ਚ ਕੀ ਸ਼ਿਕਾਇਤ ਕਰਨੀ ਸੀ ਕਿਉਂਕਿ ਆਪਰੇਸ਼ਨ ਤਾਂ ਸਾਰਾ ਉਹਨਾਂ ਦਾ ਹੀ ਸੀ, ਉਹਦਾ ਫਾਇਦਾ ਨਹੀਂ ਸੀ। The leaders of different political parties had been extending their support to the Dera chief in lieu of votes ਕਿ ਵੀ ਪੋਲੀਟੀਕਲ ਪਾਰਟੀਆਂ ਵੀ ਸਾਰੀਆਂ ਵੋਟਾਂ ਲਈ ਹਮਾਇਤ ਕਰ ਰਹੀਆਂ ਸੀ। ਸੋ ਮੈਂ ਸਮਝਦਾ ਕਿ ਵੀ ਇਹ ਜਿਹੜੀ ਸਾਡੀ ਪੋਜੀਸ਼ਨ, ਔਰ ਈਵਨ ਜਿਹੜਾ ਸ਼ਸ਼ੀ ਕਾਂਤ ਨੇ ਪਬਲਿਕਲੀ ਇਹ ਕਿਹਾ ਸੀ, ਉਹ ਇੱਕ ਜਰਨਲਿਸਟ ਨੇ ਇਸ ਨੂੰ ਵਿੰਡੀਕੇਟ ਕਰ ਦਿੱਤਾ। ਸੋ ਇਹ ਕਹਾਣੀ ਹੈ ਹਿੰਦੂਤਵੀ ਭਾਰਤ ਦੀ ਕਿ ਕਿਵੇਂ ਕਿਸ ਲੈਵਲ ਦੇ ਆਪਰੇਸ਼ਨ ਔਰ ਇਹਦਾ ਅਲਟੀਮੇਟ ਮੰਤਵ ਕੀ ਸੀ, ਟਾਰਗੇਟ ਕੌਣ ਬਣੇ ਔਰ ਫਿਊਚਰ 'ਚ ਕਿਵੇਂ ਬਣਨਾ ਸੀ, ਔਰ ਹੁਣ ਇਹਨਾਂ ਨੇ ਕਿਵੇਂ ਇਹਨੂੰ ਵਾਈਂਡ ਅਪ ਕਰਨਾ ਹੈ ਜਾਂ ਕੰਟੀਨਿਊ ਕਰਨਾ ਹੈ, ਇਹ ਏਜੰਸੀਆਂ ਨੇ ਹੀ ਡਿਸਾਈਡ ਕਰਨਾ ਹੈ, ਹੋਰ ਇਹਦੇ 'ਚ ਕੋਈ ਥਰਡ ਪਾਰਟੀ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਸ਼ੁਕਰੀਆ ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।